ਗੱਲ ਕਰੋ ਨਵੀਂ ਤੋਂ ਨਵੀਂ। ਨਵੇਂ ਦੌਰ ਵਿੱਚ ਪੁਰਾਣੀਆਂ ਗੱਲਾਂ। ਪਹਿਲੇ ਦੌਰਾਂ ਵਿੱਚ ਕੀ ਹੁੰਦਾ ਜਦੋਂ ਕਬੂਤਰਬਾਜ਼ੀ ਬੜੀ ਸੌਖੀ ਹੈ ਮਗਰ ਹੁਣ ਦੇ ਦੌਰ ਵਿੱਚ ਜਿਤਨੀ ਕੁ ਇਹਨਾਂ ਵਾਪਸ ਜਿਸ ਟਾਈਮ ਉਸ ਬੱਚੇ ਨੇ ਬਹਿਣਾ ਨਾ ਘਰ ਤੇ ਜੇ ਅਗਰ ਤੁਹਾਡੇ ਜਾਲ ਤੇ 2 ਡੋਲੀਆਂ ਲੱਗੀਆਂ। अस्सलाम वालेकुम वीडियो ਦੇ ਭਰਾਓ ਕੀ ਹਾਲ ਹੈ? ਠੀਕ ਹੋ? ਸੇ ਠੀਕ ਹੈ, ਉਮੀਦ ਹੈ सब लोग ठीक हो गए, ਖੈਰੀਅਤ ਨਾਲ ਹੋ ਗਏ ਤੇ ਫਿੱਟ ਫਾਟ ਹੋ ਗਏ। ਮੈਂ ਇੱਕ ਦਫਾ ਫਿਰ ਆ ਗਿਆ ਤੁਹਾਡੇ ਨਾਲ, ਤੁਹਾਡੇ ਆਪਣੇ ਚੈਨਲ ਸ਼ਨੀ 99 ਤੋਂ। ਤੇ ਅੱਜ ਅਸੀਂ ਗੱਲਾਂ ਕਰਨੀਆਂ ਨੇ ਫਿਰ ਕਬੂਤਰਬਾਜ਼ਾਂ ਦੀਆਂ ਤੇ ਕਬੂਤਰਾਂ ਦੀਆਂ, ਚੰਗੀਆਂ ਕਬੂਤਰਾਂ ਦੀਆਂ ਤੇ ਚੰਗੀਆਂ ਗੱਲਾਂ ਚੰਗੀਆਂ ਕਬੂਤਰਾਂ ਦੀਆਂ। ਗੱਲ ਤੇ ਉਹ ਹੈ ਨਾ ਜਿਹੜੀ ਬੰਦਾ ਕੋਈ ਵੀ ਨਾ ਦੱਸੇ। ਗੱਲ ਕਰੋ ਨਵੀਂ ਤੋਂ ਨਵੀਂ। ਨਵੇਂ ਦੌਰ ਵਿੱਚ ਪੁਰਾਣੀਆਂ ਗੱਲਾਂ। ਪਹਿਲੇ ਦੌਰਾਂ ਵਿੱਚ ਕੀ ਹੁੰਦਾ ਜਦੋਂ ਕਬੂਤਰ ਜਾਲੇ ਕੋਈ ਨਹੀਂ ਹੁੰਦੇ ਇਹ ਕਬੂਤਰਾਂ ਦੇ, ਜਦੋਂ ਜਾਲ ਕੋਈ ਨਹੀਂ ਨਾ ਹੁੰਦੇ ਇਹ ਜਾਲ ਤੇ ਹੁਣ 10-15-20 ਸਾਲ ਹੋਏ ਨੇ ਬਣਨੇ ਸ਼ੁਰੂ ਹੋਏ ਨੇ। ਪਹਿਲਾਂ ਜਾਲ ਜਦੋਂ ਕੋਈ ਨਹੀਂ ਨਾ ਹੁੰਦੇ ਇਹ ਉਦੋਂ ਦੀ ਗੱਲ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਕਿ ਖੁੱਡਿਆਂ ਵਿੱਚ ਕਬੂਤਰ ਜਦੋਂ ਬੱਚੇ ਕੱਢਦੇ ਹੁੰਦੇ ਇਹਨਾਂ ਦੇ ਕਬੂਤਰ ਬਾਹਰ ਨਿਕਲਦੇ ਹੈ ਨਾ ਤੇ ਬਾਹਰ ਨਿਕਲ ਕੇ ਜਦੋਂ ਬੱਚੇ ਉਹਨਾਂ ਦੇ ਹੋ ਜਾਂਦੇ ਹੈ ਨਾ ਬੱਚਿਆਂ ਦੇ ਉੱਤੋਂ ਲੂਈ ਲੈ ਕੇ ਤੇ ਜਦੋਂ ਉਹਨਾਂ ਦੇ ਗੁੱਲੇ ਨਿਕਲ ਆਉਂਦੇ ਹਨ ਤੇ ਉਦੋਂ ਪਤਾ ਹੈ ਬੰਦਿਆਂ ਨੇ ਪੇਟੀਆਂ ਸ਼ੇਟੀਆਂ ਕਰੇਟ ਕੋਈ ਨਹੀਂ ਰੱਖੇ ਹੁੰਦੇ, ਸਿਰਫ ਥੱਲੇ ਇੱਟਾਂ ਜੋੜ ਕੇ ਨਾ ਤੇ ਉਹਨਾਂ ਨੇ ਇੱਟਾਂ ਦੀ ਜਗ੍ਹਾ ਤੇ ਇੱਕ ਇੱਟ ਜੋੜੀ ਹੁੰਦੀ ਸੀ ਥੱਲੇ ਤੇ ਉੱਥੋਂ ਹੀ ਜਿਸ ਟਾਈਮ ਬੱਚੇ ਥੋੜ੍ਹੇ ਟੁਰਨੇ ਦੇ ਕਾਬਲ ਹੁੰਦੇ ਹੈ ਨਾ ਕਬੂਤਰਾਂ ਦੇ ਤੇ ਜਿਉਂ ਹੀ ਮਾਂ ਬਾਪ ਬਾਹਰ ਜਾ ਕੇ ਉਹਨਾਂ ਦਾ ਦਾਣਾ ਖਾਣਾ ਸ਼ੁਰੂ ਕਰਦਾ ਹੈ ਨਾ ਤੇ ਉਹ ਜਦੋਂ ਤੇ ਜ਼ਿਆਦਾ ਭੁੱਖੇ ਹੁੰਦੇ ਹੈ ਨਾ ਜਿਹੜੇ ਪੁਰਾਣੇ ਬੰਦੇ ਨੂੰ ਉਹਨਾਂ ਨੂੰ ਪਤਾ ਹੋਵੇਗਾ ਉਹ ਕਬੂਤਰਾਂ ਦੇ ਬੱਚੇ ਜਿਹੜੇ ਹੈ ਨਾ ਉਹ ਵਾਪਸ ਮਾਂ ਬਾਪ ਦੇ ਪਿੱਛੇ ਜਿਹੜੇ ਨਾ ਥੋੜ੍ਹੇ ਟੁਰਦੇ ਬਾਹਰ ਆ ਜਾਂਦੇ ਹੈ। ਵਿਹੜੇ ਵਿੱਚ ਅੱਗੇ ਵਿਹੜੇ ਖੁੱਲ੍ਹੇ ਹੁੰਦੇ ਹੈ, ਵਿਹੜਿਆਂ ਵਿੱਚ ਪਤਾ ਤੁਹਾਨੂੰ ਕਬੂਤਰ ਹੁੰਦੇ ਹੈ। ਤੇ ਮੇਰੇ ਹਿਸਾਬ ਦੇ ਨਾਲ ਹੁਣ ਜਿਹੜੇ ਬੰਦਿਆਂ ਦੇ ਬੱਚੇ ਜਿਹੜੇ ਨੇ ਨਾ ਕਬੂਤਰਾਂ ਦੇ ਉਹ ਜ਼ਾਇਆ ਕਿਉਂ ਹੁੰਦੇ ਨੇ? ਉਹ ਮੇਰੇ ਹਿਸਾਬ ਦੇ ਨਾਲ ਉਹ ਇਸ ਗੱਲੇ ਜ਼ਾਇਆ ਹੁੰਦੇ ਨੇ ਕਿ ਕਬੂਤਰ ਸਾਡੇ ਜਿਹੜੇ ਬੱਚੇ ਨੇ ਉਹ ਜਾਲਾਂ ਵਿੱਚ ਇਕੱਲੀ 2 ਕੱਲੀ ਦੇ ਹੋ ਜਾਂਦੇ ਨੇ ਤੇ ਜਿਸ ਟਾਈਮ ਜਾਲ ਦੇ ਵਿੱਚ ਇਕੱਲੀ 2 ਕੱਲੀ ਦੇ ਹੋ ਜਾਂਦੇ ਨੇ ਬੱਚੇ ਤੇ ਉਹ ਜਿਹੜੇ ਬੱਚੇ ਨੇ ਨਾ ਉਹਨਾਂ ਨੂੰ ਆਪਣਾ ਜਾਲ ਸਿਰਫ ਜਾਲ ਦਾ ਹੀ ਪਤਾ ਹੁੰਦਾ ਤੇ ਜਿਹੜੇ ਬੱਚੇ ਤੁਹਾਨੂੰ ਦੱਸਣਾ ਨਾ ਪਿਆ ਮੈਂ ਮਾਂ ਬਾਪ ਦੇ ਨਾਲ ਨਿਕਲ ਕੇ ਬਾਹਰ ਤੇ ਦਾਣਾ ਪਾਣੀ ਆ ਕੇ ਬਾਹਰ ਛੱਤ ਤੇ ਖਾਂਦੇ ਹੁੰਦੇ ਹੈ ਜਾਂ ਚੋਗ ਮਾਂ ਬਾਪ ਕੋਲੋਂ ਲੈਂਦੇ ਹੁੰਦੇ ਹੈ, ਉਹ ਬੱਚੇ ਜਿਹੜੇ ਨੇ ਤੇ ਜਿਹੜੇ ਬੱਚੇ ਜਾਲਾਂ 'ਚ ਪਲੇ ਨੇ ਉਹਨਾਂ 'ਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ, ਤੁਸੀਂ ਪਠਾਣਾਂ ਦੇ ਬੱਚੇ ਚੈੱਕ ਕੀਤੇ ਨੇ? ਨਿੱਕੇ ਬੱਚੇ ਹੁੰਦੇ ਨੇ ਤੇ ਬਾਹਰ ਉਹ ਰੋਡਾਂ ਦੇ ਬੋਤਲਾਂ ਚਾਹੁੰਦੇ ਹੁੰਦੇ ਨੇ ਪਏ, ਹੋਰ ਪਲਾਸਟਿਕ ਚਾਹੁੰਦੇ ਹੁੰਦੇ ਨੇ ਪਏ, ਕਿਸੇ ਚਾਹੁੰਦੇ ਹੁੰਦੇ ਨੇ ਪਏ ਤੇ ਉਹਨਾਂ ਬੱਚਿਆਂ ਵਿੱਚ ਤੇ ਸਾਡਿਆਂ ਬੱਚਿਆਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਕਿਉਂ ਹੁੰਦਾ? ਕਿਉਂ ਸਾਡਿਆਂ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਘਰੋਂ ਬਾਹਰ ਹੀ ਨਹੀਂ ਨਿਕਲਣ ਦੇਣਾ, ਉਹਨਾਂ ਨੂੰ ਆਉਣਾ ਨਹੀਂ ਯਾਰ ਇਹ ਕੰਮ ਨਹੀਂ ਕਰਨਾ, ਉਹ ਕੰਮ ਨਹੀਂ ਕਰਨਾ, ਫਲਾਣਾ ਟਮਕਾਣਾ। ਤੇ ਪਠਾਣਾਂ ਦਾ ਬੱਚਾ ਜਿਹੜਾ 10 ਸਾਲ ਦਾ ਉਹ ਬਿਜ਼ਨਸ ਕਰਨ ਲੱਗ ਪੈਂਦਾ, ਉਹਨੇ ਆਪਣੀ ਕੋਈ ਨਾ ਕੋਈ ਰੇਹੜੀ ਲਾਈ ਹੁੰਦੀ ਹੈ ਤੇ ਸਾਡੇ ਜਿਹੜੇ ਨੇ ਉਹ ਜਨਾਬ 25-30 ਸਾਲ ਦੇ ਵੀ ਹੋ ਕੇ ਇਹ ਯਾਦ ਨੇ ਯਾਰ ਅੰਮਾ ਅੱਬਾ ਹੈ ਨੇ ਨਾਲ ਖੈਰ ਹੀ ਹੈ ਕੋਈ ਨਹੀਂ ਮਸਲਾ। ਤੇ ਇੰਝ ਵੀਡੀਓ ਉਹ ਹਿਸਾਬ ਆ ਪੁਰਾਣੇ ਦੌਰ ਦੀ ਕਬੂਤਰਬਾਜ਼ੀ ਦਾ ਕਿ ਜਿਹੜਾ ਬੱਚਾ ਹਲੇ 1.5 ਮਹੀਨੇ ਦਾ ਹੋਇਆ ਕਬੂਤਰ ਦਾ ਬੱਚਾ ਜਿਹੜਾ 1.5 ਮਹੀਨੇ ਦਾ ਹਲੇ ਹੋਇਆ ਹੁੰਦਾ ਹੈ ਨਾ ਉਹ ਮਾਂ ਬਾਪ ਦੇ ਪਿੱਛੇ ਬਾਹਰ ਨਿਕਲ ਕੇ ਪੂਰੇ ਛੱਤ ਦੀ ਜਿਹੜਾ ਨਾ ਉਹ ਪੂਰੇ ਛੱਤ ਦੀ ਮਾਂ ਬਾਪ ਕੋਲ ਚੋਗ ਲੈਣ ਦੇ ਬਹਾਨੇ ਫਿਰਦਾ ਟੁਰਦਾ ਰਹਿੰਦਾ ਹਾਂ ਉਹਨਾਂ ਦੇ ਪਿੱਛੇ ਤੇ ਉਹ ਭਾਈ ਜੀ ਜਦੋਂ ਉਹ ਬੱਚੇ ਕੱਲੀ ਦੇ ਹੁੰਦੇ ਹੈ ਤੇ ਉਹਨਾਂ ਨੂੰ ਕਿਸੇ ਸ਼ੈ ਦੀ ਪਰਵਾਹ ਹੀ ਕੋਈ ਨਹੀਂ ਹੁੰਦੇ ਹੈ, ਉੱਡਦੇ ਹੈ ਬਹਿੰਦੇ ਹੈ ਘਰ, ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਮਸਲਾ ਨਹੀਂ ਹੁੰਦਾ ਤੇ ਜਾਲ ਵੀ ਕੋਈ ਨਹੀਂ ਹੁੰਦੇ ਤੇ ਹੁਣ ਜਿਹੜਾ ਨਾ ਮੇਰੇ ਹਿਸਾਬ ਨਾਲ ਅਸੀਂ ਜਿਹੜਾ ਨਾ ਕਰਨੇ ਆ ਪਏ ਕਬੂਤਰਾਂ ਨਾਲ ਜਿਹੜਾ ਨਾ ਉਹ ਕਰਨੇ ਆ ਪਏ ਬੜੀ ਜਿਹੜਾ ਨਾ ਉਹਨਾਂ ਨੂੰ ਸਾਂਭ ਕੇ ਤੇ ਉਹਨਾਂ ਨੂੰ ਬੜਾ ਜੀ ਇਹ ਬੜਾ ਮਹਿੰਗਾ ਕਬੂਤਰ ਦਾ ਪੁੱਤਰ ਹੈ ਤੇ ਇਹ ਜਿਹੜਾ ਨਾ ਇਹਨੂੰ ਅਸੀਂ ਬਾਹਰ ਕੱਢ ਛੜਾਂਦੇ ਤੇ ਜ਼ਾਇਆ ਹੋ ਜਾਏਦਾ। ਭਾਈ ਜੀ ਕਬੂਤਰਬਾਜ਼ੀ ਵੀ ਜਿਹੜਾ ਨਾ ਇਹ ਖੁੱਲ੍ਹੇ ਦਿਲ ਨਾਲ ਹੀ ਹੁੰਦੀ ਜੇ। ਉਂਝ ਕਬੂਤਰਬਾਜ਼ੀ ਆਹੋ ਨਾ ਵਾ ਮੈਂ ਕਬੂਤਰ ਢੱਕ ਕੇ ਰੱਖਾਂ ਤੇ ਕਬੂਤਰ ਮੇਰੇ ਚੰਗੇ ਹੋਣ, ਉਹ ਗੱਲ ਕੋਈ ਨਹੀਂ ਜੇ ਭਾਈ ਜੀ।
ਕਬੂਤਰਬਾਜ਼ੀ ਵੀ ਹੁੰਦੀ ਜੇ ਖੁੱਲੇ ਦਿਲ ਨਾਲ। ਤੇ ਜਿਤਨੀ ਕਬੂਤਰਬਾਜ਼ੀ ਤੁਸੀਂ ਆਪਣੀ ਸਾਦੀ ਰੱਖਣੀ ਹੈ, ਜਿਤਨੇ ਵੀ ਨਵੇਂ ਕਬੂਤਰ ਪਰਵਰ ਭਰਾ ਨੇ, ਜਿਤਨੀ ਕਬੂਤਰਬਾਜ਼ੀ ਤੁਸੀਂ ਸਾਦੀ ਰੱਖਣੀ ਆ ਉਤਨੇ ਬੱਚੇ ਰਵੋਦੇ। ਤੇ ਜਿਤਨੇ ਤੁਸੀਂ ਡੈਸ਼ ਡਰਾਮਿਆਂ ਵਿੱਚ ਪੈ ਜਾਓਦੇ ਨਾ, ਉਤਨਾ ਹੀ ਉਹ ਜਿਹੜਾ ਨਾ ਉਹ ਮਾਮਲਾ ਗੜਬੜ ਹੋਵੇਗਾ। ਠੀਕ ਹੈ। ਤੇ ਨਾਲ ਉਹਦੇ ਤੋਂ ਬਾਅਦ ਇੱਕ ਮੈਂ ਤੁਹਾਨੂੰ ਹੋਰ ਮਿਸਾਲ ਦੇਣਾ ਕਿ ਇੱਕ ਕਬੂਤਰ ਹੋਵੇ, ਉਹਦਾ ਬੱਚਾ ਜਿਹੜਾ ਤੁਸੀਂ ਮਿਸਾਲ ਦੇ ਤੌਰ ਤੇ ਦੇਖਦੇ ਹੋ ਕਿ ਤੁਹਾਡੇ ਘਰ 50 ਜੋੜਾ ਲੱਗੇ ਆ ਜਾਂ 100 ਜੋੜਾ ਲੱਗੇ ਆ, ਤੇ ਉਹ 50-100 ਜੋੜੇ ਦਾ ਬੱਚਾ ਜਿਸ ਟਾਈਮ ਥੱਲੇ ਲਹਿੰਦਾ ਨਾ ਆਪਣੇ ਖਾਨਿਆਂ ਵਿੱਚੋਂ ਤੇ ਬਾਹਰ ਦਾਣੇ ਖਾ ਕੇ ਜਾਂਦਾ, ਤੇ ਹਲੇ ਮਾਂ ਬਾਪ ਕੋਲੋਂ ਵੀ ਦਾਣਾ ਲੈਂਦੇ ਹੁੰਦੇ ਨੇ। ਤੇ ਜਿਹੜਾ ਸਿਆਣਾ ਸ਼ਿਕਾਰੀ ਹੈ ਨਾ, ਉਹਨੂੰ ਉੱਥੋਂ ਹੀ ਪਤਾ ਲੱਗ ਜਾਂਦਾ ਜਿਸ ਟਾਈਮ ਬੱਚੇ ਆਪਣਾ ਦਾਣਾ ਖਾ ਕੇ, ਤੇ ਜਿਹੜਾ ਬੱਚਾ ਆਪਣੇ ਵਾਲੇ ਖਾਨੇ ਵਿੱਚ ਜਾ ਕੇ ਬਹਿੰਦਾ ਨਾ, ਉਹ ਹੀ ਸਿਆਣੇ ਬੱਚੇ ਹੁੰਦੇ ਨੇ ਤੇ ਉਹ ਹੀ ਚੰਗਾ ਖੂਨ ਹੁੰਦਾ। ਇਹਦੇ ਤੋਂ ਤੁਹਾਨੂੰ ਦੋ ਚੀਜ਼ਾਂ ਪਤਾ ਲੱਗ ਜਾਣਦੀਆਂ। ਚੰਗਾ ਖੂਨ ਜਿਹੜਾ ਉਹ ਸਿਆਣਾ ਕਿੰਜ ਹੋਵੇਗਾ, ਇਹ ਤੁਹਾਨੂੰ ਇਹਦੇ ਵਿੱਚ ਇਸ ਗੱਲ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਕਿ ਚੰਗਾ ਜਿਹੜਾ ਸਿਆਣਾ ਕਬੂਤਰ ਹੈ ਨਾ, ਉਹ ਬਚਪਨ ਤੋਂ ਹੀ ਸਿਆਣਾ ਹੁੰਦਾ। ਇਹ ਵੱਡਿਆਂ ਹੋ ਕੇ 10 ਕੱਲੀ ਸਾਫ਼ ਕਰਕੇ ਸਿਆਣਾ, ਇਹ ਦੂਜਾ ਤੀਜਾ ਸਿਆਣਾ, ਇਹ ਸਿਆਣਾ ਨਹੀਂ ਹੁੰਦਾ। ਸਿਆਣਾ ਉਹ ਹੀ ਹੈ ਜਿਹੜਾ ਬਚਪਨ ਵਿੱਚੋਂ ਪਹਿਲੀ ਵਾਰੀ ਆਪਣੀ ਪੇਟੀ ਵਿੱਚੋਂ ਨਿਕਲਿਆ, ਮੁੜ ਕੇ ਆਪਣੀ ਪੇਟੀ ਵਿੱਚ ਹੀ ਗਿਆ, ਉਹ ਕਿਸੇ ਹੋਰ ਪੇਟੀ ਵਿੱਚ ਨਹੀਂ ਗਿਆ। ਤੇ ਇਸ ਗੱਲੇ ਵੀਰਿਓ ਤੇ ਭਰਾਓ, ਕਬੂਤਰਬਾਜ਼ੀ ਬੜੀ ਸੌਖੀ ਹੈ, ਬੜੀ ਸੌਖੀ ਹੈ, ਮਗਰ ਹੁਣ ਦੇ ਦੌਰ ਵਿੱਚ ਜਿਤਨੀ ਕੁ ਇਹਨਾਂ ਕਰ ਛੜੀ ਹੈ ਨਾ, ਸਿਰਫ ਆਪਣੇ ਕੇ ਕਬੂਤਰਾਂ ਦਾ ਨਾਮ ਬਣਾਉਣ ਵਾਸਤੇ ਤੇ ਆਪਣਾ ਨਾਮ ਬਣਾਉਣ ਵਾਸਤੇ। ਤੇ ਬਾਕੀ ਕਬੂਤਰਬਾਜ਼ੀ ਤੇ ਭਾਈ ਜੀ ਜਿਹੜਾ ਨਾ ਸੌਖੀ, ਰੱਜ ਕੇ ਸੌਖੀ ਕਬੂਤਰਬਾਜ਼ੀ। ਸਿਰਫ ਇੱਕ ਵਾਰੀ ਤੁਸੀਂ ਇਹਦੇ ਪੁਆਇੰਟ ਸਮਝੋ, ਤੇ ਪੁਆਇੰਟ ਸਮਝਣੇ ਤੋਂ ਬਾਅਦ ਤੁਸੀਂ ਅੱਛੇ ਕਬੂਤਰ ਦੀ, ਅੱਛੇ ਖੂਨ ਦੀ ਤੁਹਾਨੂੰ ਪਰਖ ਹੋਗੀ। ਤੇ ਉਹ ਦੋ ਹੀ ਚੀਜ਼ਾਂ ਨੇ ਕਿ ਅੱਛੇ ਕਬੂਤਰ ਦਾ, ਇੱਕ ਤੇ ਮੈਂ ਤੁਹਾਨੂੰ ਬਚਪਨ ਵਿੱਚ ਉਹਦੀ ਟਿਪ ਦੱਸ ਛੜੀ ਹੈ। ਇਹ ਬੂਟਾ ਤੁਹਾਨੂੰ ਬਾਰ-ਬਾਰ ਤਾਂ ਦੱਸਣਾ ਪਿਆ ਕਿ ਇਹ ਬੜਾ ਸਪੈਸ਼ਲ ਬੂਟਾ ਹੈ। ਇਹ ਜਿਹੜਾ ਪਾਕਿਸਤਾਨ ਕੁੜੀਆਂ ਪੱਤੀ ਵਾਲਾ ਨਹੀਂ ਪਾਉਂਦੀਆਂ, ਉਹਦੇ ਵਿੱਚ ਬਿਰਿਆਨੀ ਵਿੱਚ ਪੱਤਾ ਪਾਉਂਦੀਆਂ ਨੇ ਸੁੱਕਾ ਜਿਹਾ, ਇਹ ਉਹ ਸਾਰਾ ਬੂਟਾ ਲੱਗਿਆ, ਤਾਂ ਇਹ ਤੁਹਾਨੂੰ ਦੱਸਣਾ ਪਿਆ। ਤੇ ਇੱਕ ਤੇ ਤੁਹਾਨੂੰ ਪਤਾ ਲੱਗ ਜਾਣਾ ਉਡਾ ਕੇ, ਠੀਕ ਹੈ, ਕਿ ਚੰਗਾ ਖੂਨ ਹੈ। ਤੇ ਦੂਜਾ ਤੁਹਾਨੂੰ ਮੈਂ ਦੱਸਿਆ ਵਾ ਖੁੱਡੇ ਵਿੱਚੋਂ ਹੀ ਤੁਹਾਨੂੰ ਜਿਹੜਾ ਨਾ ਉਹ ਪਤਾ ਲੱਗ ਜਾਂਦਾ ਕਿ ਇਹ ਕਬੂਤਰ ਜਿਹੜਾ ਬੱਚਾ ਹੈ ਨਾ, ਇਹ ਕਿੱਡਾ ਸਿਆਣਾ ਹੈ। ਕਿ 50 ਬੱਚੇ ਨਿਕਲੇ ਨੇ, ਜਿਨ੍ਹਾਂ ਵਿੱਚੋਂ 20 ਆਪਣੇ ਖਾਨਿਆਂ 'ਚ ਵਾਪਸ ਜਾਂਦੇ ਨੇ ਜਿੱਥੇ ਮਾਂ ਬਾਪ ਕੋਲ ਬਹਿੰਦੇ ਨੇ, ਤੇ 20 ਜਿਹੜੇ ਨੇ ਨਾ ਜਾਂ 30 ਜਿਹੜੇ ਨੇ ਉਹ ਉਰਾਂ ਪਰਾਂ ਦੂਜੀਆਂ ਖਾਨਿਆਂ 'ਚ ਵੜ ਜਾਂਦੇ ਨੇ, ਜਾਂ ਪੇਟੀਆਂ ਦੇ ਥੱਲੇ ਵੜ ਜਾਂਦੇ ਨੇ ਜਿੱਥੇ ਉਹਨਾਂ ਦੀ ਜਗ੍ਹਾ ਨਹੀਂ ਹੁੰਦੀ। ਤੇ ਫਿਰ ਉਹਦੇ ਤੋਂ ਬਾਅਦ ਇੱਕ ਹੋਰ ਚੀਜ਼, ਹੁਣ ਬੱਚੇ ਸ਼ੁਰੂ ਹੋਏ ਨੇ ਨਾ, ਸਟਾਰਟ ਹੋਏ ਉੱਡਣੇ, ਤੇ ਭਾਈ ਜੀ ਉਹਨਾਂ ਬੱਚਿਆਂ ਦਾ ਭਾਈ ਜੀ ਤੁਸੀਂ ਕਿ ਤੱਕਣਾ ਕਿਹੜਾ ਬੱਚਾ ਅੱਛਾ ਹੈ। ਇਹ ਮੈਂ ਤੁਹਾਨੂੰ ਅੱਜ ਇੱਕ ਆਪਣੀ ਸੋਚ ਦੇ ਮੁਤਾਬਕ ਜੇ ਕੁਝ ਮੈਂ ਤੱਕਦਾ ਰਿਹਾ ਕਬੂਤਰਬਾਜ਼ੀ 'ਚ, ਮੈਂ ਤੁਹਾਨੂੰ ਉਹ ਦੱਸਣਾ ਪਿਆ। ਜਿਹੜਾ ਬੱਚਾ ਜਾਲ ਵਿੱਚੋਂ ਨਿਕਲਦਿਆਂ ਜਿਹਨੂੰ ਸ਼ੌਕ ਹੋਣਾ ਉੱਡਣ ਦਾ, ਉਹਨੇ ਜਾਲ ਤੇ ਪੈਰ ਨਹੀਂ ਲਾਣੇ। ਪਹਿਲੇ ਨੰਬਰ ਤੇ ਇਹ ਗੱਲ ਹੋ ਗਈ ਕਿ ਉਹਨੇ ਜਾਲ ਤੇ ਪੈਰ ਨਹੀਂ ਲਾਣੇ। ਤੇ ਦੂਜੇ ਨੰਬਰ ਤੇ ਗੱਲ ਇਹ ਹੋ ਗਈ ਵੀਰਿਓ ਕਿ ਉਹਨੇ ਜਿਹੜਾ ਹੈ ਨਾ ਵਾਪਸ ਜਿਸ ਟਾਈਮ ਉਸ ਬੱਚੇ ਨੇ ਬਹਿਣਾ ਨਾ ਘਰ, ਤੇ ਜੇ ਅਗਰ ਤੁਹਾਡੇ ਜਾਲ ਤੇ 2 ਡੋਲੀਆਂ ਲੱਗੀਆਂ ਨੇ ਨਾ, ਤੇ ਉਹਨੇ 2-3 ਵਾਰੀ ਜਿਹੜਾ ਨਾ ਉਰਾਂ ਪਰਾਂ ਡੋਲੀਆਂ ਤੇ ਹੋਣਾ, ਉਰਾਂ ਪਰਾਂ ਦੂਜੀ ਇੱਧਰ ਉੱਧਰ ਡੋਲੀ ਤੇ ਜਾਏਗਾ। ਬਹਿਣ ਲੱਗਿਆ ਟਾਈਮ ਉਹ ਆਰਾਮ ਨਾਲ ਨਹੀਂ ਬਹਿਣ ਲੱਗਾ, ਉਹ ਆਪਣਾ ਘਰ ਵੀ ਬੜੇ ਧਿਆਨ ਨਾਲ ਤੱਕ ਕੇ ਪਵੇਗਾ, ਤੇ ਉਹ ਬੜਾ ਸਿਆਣਾ ਬੱਚਾ ਹੁੰਦਾ। ਤੇ ਇੱਥੋਂ ਹੀ ਛੋਟੀਆਂ ਪੁਆਇੰਟਾਂ ਤੋਂ ਕਬੂਤਰਾਂ ਦਾ ਚੀਜ਼ਾਂ ਪਤਾ ਲੱਗਦੀਆਂ ਨੇ। ਉਹ ਤਾਂ ਹੀ ਆ ਦੇਣ ਵਾ ਕਬੂਤਰ ਨਾਲ ਕਬੂਤਰ ਬਣਨਾ ਪੈਂਦਾ। ਤੇ ਇਹ ਜਦੋਂ ਫਿਰ ਆਸਤਾ ਕਬੂਤਰ ਨਾਲ ਕਬੂਤਰ ਬਣਾਉਂਦੇ ਤੇ ਫਿਰ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਲੱਗਦਾ ਰਹੇਗਾ ਕਿ ਆਖਦੇ ਹੋ। ਤੇ ਠੀਕ ਹੈ, ਥੋੜ੍ਹੀਆਂ ਜਿਹੀਆਂ ਗੱਪਾਂ ਸ਼ੱਪਾਂ ਮਾਰਨੀਆਂ ਹੀ ਤੁਹਾਡੇ ਨਾਲ, ਉਹ ਮਾਰਨਗੀਆਂ ਨੇ। ਤੇ ਇਨਸ਼ਾਅੱਲਾ ਮਿਲਾਂਗੇ ਤੁਹਾਨੂੰ ਅਗਲੇ ਵਲਾਗ ਵਿੱਚ। ਜ਼ਿੰਦਗੀ ਰੀ ਤੇ ਫੀ ਮਾਨ ਅੱਲਾ। ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ। ਯਾਰ ਸਲਾਮਤ ਹੈ, ਸੋਬਤ ਬਾਕੀ।